ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ ਜੀ। ਸੋ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਹਰ ਵਾਰ ਦੀ ਤਰ੍ਹਾਂ ਚਰਚਾ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਹੀ ਚਰਚਾ ਕਰਨ ਲਈ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। जी बिल्कुल। सो अगर खास खबरों की गल करिए तो ਅਸੀਂ ਜਿਵੇਂ ਦੇਖ ਰਹੇ ਹਾਂ ਕਿ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ, ਆਉਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਨੌਕਰੀਆਂ ਦੀ ਭਰਮਾਰ ਜ਼ਰੂਰ ਦਿਖ ਰਹੀ ਹੈ ਨੌਜਵਾਨਾਂ ਲਈ। ਉਸ ਦੇ ਉੱਪਰ ਆਪਾਂ ਵਿਸਥਾਰ ਵਿੱਚ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਖਾਸ ਤੌਰ ਤੇ ਅਗਰ ਪੰਜਾਬ ਦੀ ਖਬਰਾਂ ਦੀ ਗੱਲ ਕਰੀਏ, ਅੱਜ ਦਾ ਦਿਨ ਬਹੁਤ ਜ਼ਿਆਦਾ ਖਾਸ ਰਹਿਣ ਵਾਲਾ ਹੈ। ਅੱਜ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਪਹੁੰਚਣਗੇ। ਕੀ ਖਾਸ ਹੋ ਸਕਦਾ ਹੈ, ਕੀ ਕਿਆਸ ਲੱਗ ਸਕਦੇ ਨੇ, ਇਸ ਦੇ ਉੱਪਰ ਵੀ ਜਾਣਕਾਰੀ ਡੱਲਾ ਜੀ ਨਾਲ ਜ਼ਰੂਰ ਸਾਂਝੀ ਕਰਾਂਗੇ। ਉਹਨਾਂ ਤੋਂ ਵਿਸਥਾਰ ਵਿੱਚ ਪੁੱਛਾਂਗੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਤੇ ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਖੁੱਲ ਕੇ ਗੱਲਾਂ ਕਰਾਂਗੇ ਡੱਲਾ ਜੀ ਨਾਲ। ਡੱਲਾ ਜੀ, ਸਭ ਤੋਂ ਪਹਿਲਾਂ ਅੱਜ 15 ਤਰੀਕ ਹੈ, 15 ਜੂਨ ਹੈ। ਅਰਵਿੰਦ ਕੇਜਰੀਵਾਲ ਨੇ ਬੱਸਾਂ ਦੇ ਉਦਘਾਟਨ ਲਈ ਜੋ ਹਵਾਈ ਅੱਡੇ ਨੂੰ ਤੋਰਨੀਆਂ ਨੇ ਪੰਜਾਬ ਨੂੰ, ਉਸਦੇ ਲਈ ਪੰਜਾਬ ਤੋਂ ਦਿੱਲੀ ਨੂੰ ਤੋਰਨੀਆਂ ਨੇ, ਉਸਦੇ ਲਈ ਪਹੁੰਚ ਰਹੇ ਨੇ ਪੰਜਾਬ। ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਹੈ ਕਿ ਉਹ ਸੰਗਰੂਰ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਵੀ ਐਕਟਿਵ ਨਜ਼ਰ ਆਣਗੇ ਅੱਜ? ਦੇਖੋ, ਅੱਜ ਅਰਵਿੰਦ ਕੇਜਰੀਵਾਲ ਦਾ ਪੰਜਾਬ ਦਾ ਦੌਰਾ ਹੈ ਔਰ ਕਿਉਂਕਿ ਭਗਵੰਤ ਮਾਨ ਉਹਨਾਂ ਨੇ ਅੱਜ ਬੱਸਾਂ ਰਵਾਨਾ ਕਰਨੀਆਂ ਨੇ। ਹੁਣ ਦੋ ਅੱਜ ਵੱਡੇ ਪ੍ਰੋਗਰਾਮ ਨੇ, ਇੱਕ ਤਾਂ ਬੱਸਾਂ ਰਵਾਨਾ ਹੋਣੀਆਂ ਨੇ ਪੰਜਾਬ 'ਚ, ਦੂਸਰਾ ਦਿੱਲੀ ਦੇ ਵਿੱਚ ਬੀਬੀ ਮਮਤਾ ਬਨਰਜੀ ਉਹਨਾਂ ਨੇ ਮੀਟਿੰਗ ਸੱਦੀ ਹੋਈ ਹੈ ਗੈਰ ਭਾਜਪਾ ਦਲਾਂ ਦੀ, ਜਿਵੇਂ ਤੁਹਾਨੂੰ ਪਤਾ ਹੀ ਹੈ। ਹੁਣ ਅਰਵਿੰਦ ਕੇਜਰੀਵਾਲ ਕੀ ਬੱਸਾਂ ਦੇ ਪ੍ਰੋਗਰਾਮ ਦੇ ਨਾਲ ਨਾਲ ਉਸ ਪ੍ਰੋਗਰਾਮ ਨੂੰ ਅਟੈਂਡ ਕਰਨਗੇ ਜਾਂ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਕਰਨ ਜਾਣਗੇ? ਸੋ ਇਹ ਅੱਜ ਬੜਾ ਦਿਲਚਸਪ ਰਹੂਗਾ ਦੇਖਣਾ ਕਿ ਅਰਵਿੰਦ ਕੇਜਰੀਵਾਲ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਿਵੇਂ ਆਪਣਾ ਤਾਲਮੇਲ ਬਿਠਾਉਂਦੇ ਨੇ। ਦੇਖਿਆ ਜਾਵੇ ਤਾਂ ਅੱਜ ਏਅਰਪੋਰਟ ਲਈ ਬੱਸਾਂ ਰਵਾਨਾ ਹੋਣੀਆਂ ਨੇ। ਇਹ ਇੱਕ ਵੱਡੀ ਪ੍ਰਾਪਤੀ ਦੇ ਤੌਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ 'ਚ ਗੱਲ ਲੈ ਕੇ ਜਾ ਰਹੀ ਹੈ। ਭਗਵੰਤ ਮਾਨ ਨੇ ਇਹਦੇ ਤੇ ਵੀਡੀਓ ਵੀ ਜਾਰੀ ਕੀਤਾ ਸੀ ਔਰ ਅੱਜ ਜਿਹੜੀ ਬੱਸਾਂ ਦੀ ਰਵਾਨਗੀ ਹੈ ਇੰਦਰਾ ਗਾਂਧੀ ਏਅਰਪੋਰਟ ਤੇ, ਸਾਡੀਆਂ ਸਰਕਾਰੀ ਵੋਲਵੋ ਬੱਸਾਂ ਜਾਣਗੀਆਂ। ਇਹ ਖੁਸ਼ੀ ਦਾ ਦਿਨ ਹੈ। ਇਹ ਚੰਗਾ ਲੱਗਿਆ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਇੰਦਰਾ ਗਾਂਧੀ ਹਵਾਈ ਅੱਡੇ ਤੇ ਜਾਣਗੀਆਂ। ਮੈਨੂੰ ਰਾਜਾ ਵੜਿੰਗ ਦਾ ਬਿਆਨ ਯਾਦ ਆਉਂਦਾ, 2-3 ਦਿਨ ਤੋਂ ਲਗਾਤਾਰ ਕਹਿ ਰਹੇ ਨੇ ਕਿ ਜਦੋਂ ਮੈਂ ਟਰਾਂਸਪੋਰਟ ਮਿਨਿਸਟਰ ਬਣਿਆ ਸੀ ਤੇ ਮੈਂ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖੀ ਸੀ, ਮਿਲਣ ਦਾ ਵਕਤ ਮੰਗ ਗਿਆ ਸੀ, ਪਰ ਮੇਰੀ ਮੁਲਾਕਾਤ ਨਹੀਂ ਹੋਈ ਔਰ ਉਦੋਂ ਦਿੱਲੀ 'ਚ ਬੱਸਾਂ ਇੰਦਰਾ ਗਾਂਧੀ ਏਅਰਪੋਰਟ ਤੇ ਜਾ ਨਹੀਂ ਸਕੀਆਂ। ਮੈਂ ਵੀ ਭੇਜਣਾ ਚਾਹੁੰਦਾ ਸੀ, ਪਰ ਹੁਣ ਭਗਵੰਤ ਮਾਨ ਭੇਜ ਰਹੇ ਨੇ। ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਔਰ ਕਿਰਾਇਆ ਵੀ ਕਹਿੰਦੇ ਪ੍ਰਾਈਵੇਟ ਬੱਸਾਂ ਨਾਲੋਂ ਲਗਭਗ ਘੱਟ ਹੋਏਗਾ, ਬਹੁਤ ਜ਼ਿਆਦਾ ਸਹੂਲਤਾਂ ਵੀ ਉਮੀਦ ਕਰਦੇ ਹਾਂ ਸਰਕਾਰੀ ਵੋਲਵੋ ਬੱਸਾਂ 'ਚ ਚੰਗੀਆਂ ਹੋਣਗੀਆਂ। ਪਰ ਇੱਕ ਮੁਕਾਬਲੇ ਦੀ ਸਥਿਤੀ ਤਾਂ ਬਣੀ, ਜਿਹਨੇ ਪ੍ਰਾਈਵੇਟ ਬੱਸ 'ਚ ਜਾਣਾ ਉਹ ਪ੍ਰਾਈਵੇਟ 'ਚ ਜਾਵੇ, ਜਿਹਨੇ ਸਰਕਾਰੀ 'ਚ ਜਾਣਾ ਉਹ ਸਰਕਾਰੀ 'ਚ ਜਾਵੇ। ਪਰ ਸਰਕਾਰੀ ਹੋਣੀਆਂ ਬੜੀਆਂ ਜ਼ਰੂਰੀ ਸੀ ਤਾਂ ਕਿ ਕਿਸੇ ਦੀ ਵੀ ਜਿਹੜੀ ਹੈ ਮੋਨੋਪਲੀ ਨਾ ਬਣੇ। ਕਈ ਵਾਰੀ ਜਦੋਂ ਸਿਰਫ ਇੱਕੋ ਪਲੇਅਰ ਮੈਦਾਨ 'ਚ ਹੁੰਦਾ ਫਿਰ ਉਹ ਆਪਣੇ ਆਪ 'ਚ ਜੇਤੂ ਹੁੰਦਾ। ਸੋ ਇਸ ਕਰਕੇ ਮੁਕਾਬਲੇ ਦੀ ਜਿਹੜੀ ਸਥਿਤੀ ਆ ਉਹ ਰਹਿਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਹੋਰ ਵੀ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਪਰਮਿਟ ਤੇ ਮਨਜ਼ੂਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਿ ਕਈ ਕੰਪਨੀਆਂ ਦੀਆਂ ਬੱਸਾਂ ਨੇ ਜਿਹੜੀਆਂ ਉਹ ਹਵਾਈ ਅੱਡੇ ਤੇ ਜਾਣ, ਤਾਂ ਕਿ ਇੱਕ ਮੁਕਾਬਲਾ ਬਣੇ ਜਿਹਦੇ 'ਚ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਘੱਟ ਮੁੱਲ ਦੇ ਉੱਤੇ ਜਾਣਾ ਪਵੇ। ਔਰ ਸਾਡੀ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀ ਨੇ ਜਿਹੜੇ ਦੂਸਰੇ ਮੁਲਕਾਂ ਨੂੰ ਪੜ੍ਹਨ ਜਾਂਦੇ ਨੇ, ਸਾਡੇ NRIs ਨੇ ਜਦੋਂ ਪੰਜਾਬ ਆਉਂਦੇ ਨੇ ਉਹਨਾਂ ਨੇ ਆਉਣਾ ਜਾਣਾ ਹੁੰਦਾ। ਸੋ ਹੁਣ ਤਾਂ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਦੂਸਰੀਆਂ ਕੰਟਰੀਜ਼ ਸਾਡੇ ਪੰਜਾਬੀਆਂ ਲਈ ਕੋਈ ਬਹੁਤੀਆਂ ਦੂਰ ਨਹੀਂ ਰਹਿ ਗਈਆਂ। ਬਹੁਤ ਵੱਡੀ ਗਿਣਤੀ 'ਚ ਲੋਕਾਂ ਦੇ ਪਾਸਪੋਰਟ ਬਣੇ ਨੇ, ਲੋਕ ਵਿਆਹਾਂ ਸ਼ਾਦੀਆਂ ਤੇ ਜਾਂਦੇ ਨੇ, ਸਮਾਗਮਾਂ 'ਚ ਜਾਂਦੇ ਨੇ, ਘੁੰਮਣ ਵੀ ਜਾਂਦੇ ਨੇ, ਟੂਰਿਸਟ ਵੀਜ਼ੇ ਤੇ ਜਾਂਦੇ ਨੇ। ਸੋ ਇਸ ਕਰਕੇ ਇਹ ਚੰਗਾ ਫੈਸਲਾ, ਇਹਦੇ ਨਾਲ ਖਜ਼ਾਨਾ ਪੰਜਾਬ ਦੀ ਸਰਕਾਰ ਦੇ ਖਜ਼ਾਨੇ 'ਚ ਵੀ ਪੈਸਾ ਆਊਗਾ, ਲੋਕਾਂ ਨੂੰ ਵੀ ਸਹੂਲਤ ਮਿਲੂਗੀ। ਹੁਣ ਗੱਲ ਦੇਖਣ ਵਾਲੀ ਇਹ ਹੈ ਹਰਜੋਤ ਜੀ ਕਿ ਮਮਤਾ ਬਨਰਜੀ ਉਹਨਾਂ ਨੇ ਅੱਜ ਮੀਟਿੰਗ ਰੱਖੀ ਹੈ ਦਿੱਲੀ। ਉਹਨਾਂ ਨੇ ਸਾਰੀਆਂ ਜਿਹੜੀਆਂ ਗੈਰ ਭਾਜਪਾ ਪਾਰਟੀਆਂ ਨੇ ਉਹਨਾਂ ਨੂੰ ਚਿੱਠੀ ਲਿਖੀ ਸੀ। ਅਰਵਿੰਦ ਕੇਜਰੀਵਾਲ ਨੂੰ ਵੀ ਚਿੱਠੀ ਲਿਖੀ ਸੀ ਮਮਤਾ ਬਨਰਜੀ ਨੇ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਵੀ ਕੀ ਅਰਵਿੰਦ ਕੇਜਰੀਵਾਲ ਮਮਤਾ ਬਨਰਜੀ ਦੀ ਉਸ ਮੀਟਿੰਗ 'ਚ ਸ਼ਾਮਲ ਹੁੰਦੇ ਨੇ ਜਾਂ ਆਪਣੀ ਥਾਂ ਤੇ ਕਿਸੇ ਹੋਰ ਨੂੰ ਭੇਜਦੇ ਨੇ, ਕਿਉਂਕਿ ਮਮਤਾ ਬਨਰਜੀ ਕੱਲ ਉਹਨਾਂ ਨੇ ਮੁਲਾਕਾਤ ਕੀਤੀ ਸ਼ਰਦ ਪਵਾਰ ਹੋਣਾ ਦੇ ਨਾਲ। ਮਮਤਾ ਬਨਰਜੀ ਚਾਹੁੰਦੇ ਸੀ ਕਿ ਗੈਰ ਭਾਜਪਾ ਲੀਡਰਾਂ ਦੇ ਲਈ ਸ਼ਰਦ ਪਵਾਰ ਸਾਹਿਬ ਰਾਸ਼ਟਰਪਤੀ ਦਾ ਚਿਹਰਾ ਬਣਨ ਲਈ ਤਿਆਰ ਹੋ ਜਾਣ, ਕਿਉਂਕਿ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਨੇ। ਸਾਨੂੰ ਪਤਾ ਹੈ 24 ਜੁਲਾਈ ਨੂੰ ਸਾਡੇ ਜਿਹੜੇ ਰਾਸ਼ਟਰਪਤੀ ਨੇ ਕੋਵਿੰਦ ਸਾਹਿਬ ਉਹ ਰਿਟਾਇਰ ਹੋ ਰਹੇ ਨੇ ਔਰ 24 ਜੁਲਾਈ ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਨਵੇਂ ਰਾਸ਼ਟਰਪਤੀ ਨੇ ਚੁਣਿਆ ਜਾਣਾ। ਪਿਛਲੀ ਵਾਰੀ ਵੀ ਵਿਰੋਧੀ ਧਿਰਾਂ ਨੇ ਗੱਲ ਤੋਰੀ ਸੀ, ਕਾਂਗਰਸ ਨੇ ਵੀ, ਕਿ ਸ਼ਰਦ ਪਵਾਰ ਅਗਰ ਰਾਸ਼ਟਰਪਤੀ ਦਾ ਚਿਹਰਾ ਬਣਨ ਵਿਰੋਧੀ ਧਿਰਾਂ ਦਾ ਤੇ ਮੁਕਾਬਲਾ ਦਿੱਤਾ ਜਾ ਸਕਦਾ ਹੈ। ਲੇਕਿਨ ਸ਼ਰਦ ਪਵਾਰ ਹੁਣੀ
ਰਾਸ਼ਟਰਪਤੀ ਦੀ ਉਮੀਦਵਾਰੀ ਦੀ ਦੌੜ ਚੋਂ ਬਾਹਰ ਹੋ ਗਏ ਸੀ, ਉਹਨਾਂ ਨੇ ਇਨਕਾਰ ਕਰਤਾ ਸੀ। ਇਸ ਵਾਰ ਵੀ ਇਹ ਗੱਲਾਂ ਆ ਰਹੀਆਂ ਨੇ ਹਰਜੋਤ ਜੀ ਕਿ ਸ਼ਰਦ ਪਵਾਰ ਖੁਦ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ, ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜਨਾ ਚਾਹੁੰਦੇ। ਮਮਤਾ ਬਨਰਜੀ ਚਾਹੁੰਦੇ ਸੀ ਸ਼ਰਦ ਪਵਾਰ ਆਉਣ। ਕੱਲ ਰਾਤ ਉਹਨਾਂ ਨੇ ਦਿੱਲੀ ਮੁਲਾਕਾਤ ਕੀਤੀ, ਸ਼ਾਮ ਨੂੰ ਸ਼ਰਦ ਪਵਾਰ ਉਹਨਾਂ ਦੀ ਦਿੱਲੀ ਰਿਹਾਇਸ਼ ਜਾ ਕੇ। ਹੁਣ ਅੱਜ ਉਹਨਾਂ ਨੇ 22 ਪਾਰਟੀਆਂ ਸੀ ਜਿਹੜੀਆਂ ਗੈਰ ਭਾਜਪਾ ਪਾਰਟੀਆਂ ਨੇ, ਉਹਨਾਂ ਨੂੰ ਸੱਦਾ ਦਿੱਤਾ ਸੀ। ਕਾਂਗਰਸ ਵੱਲੋਂ ਵੀ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਜ਼ਰੂਰ ਆਊਗੀ। ਹਾਲਾਂਕਿ ਉਹਨਾਂ ਨੇ ਤਾਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ, ਪਰ ਸੋਨੀਆ ਗਾਂਧੀ ਕਿਉਂਕਿ ਹਸਪਤਾਲ ਨੇ, ਉਹਨਾਂ ਨੂੰ ਕੋਵਿਡ ਹੋਇਆ, ਉਹਨਾਂ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਗੈਰ ਮੌਜੂਦਗੀ 'ਚ ਜਿਹੜੀ ਕਾਂਗਰਸ ਦਾ ਪ੍ਰਤੀਨਿਧੀ ਮੰਡਲ ਹੈ ਜ਼ਰੂਰ ਸ਼ਾਮਲ ਹੋਊਗਾ। ਅਰਵਿੰਦ ਕੇਜਰੀਵਾਲ ਆਪ ਜਾਂਦੇ ਨੇ ਜਾਂ ਨਹੀਂ ਜਾਂਦੇ, ਇਹ ਬਹੁਤ ਵੱਡਾ ਸਵਾਲ ਹੈ। ਇਸ ਕਰਕੇ ਹੈ ਕਿਉਂਕਿ ਮਮਤਾ ਬਨਰਜੀ ਔਰ ਅਰਵਿੰਦ ਕੇਜਰੀਵਾਲ ਆਪਸ ਦੇ ਵਿੱਚ ਇਹਨਾਂ ਦੇ ਚੰਗੇ ਪੋਲੀਟੀਕਲ ਅੰਡਰਸਟੈਂਡਿੰਗ ਹੈ, ਔਰ ਅਰਵਿੰਦ ਕੇਜਰੀਵਾਲ ਜੀ ਔਰ ਮਮਤਾ ਬਨਰਜੀ ਜੀ ਦੋਵੇਂ ਬੜੇ ਇਮਾਨਦਾਰ ਲੀਡਰ ਦੇ ਤੌਰ ਦੇ ਉੱਤੇ ਦੇਸ਼ 'ਚ ਉੱਭਰ ਰਹੇ ਨੇ। ਹਾਂ, ਇਹ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ 2 ਥਾਂ ਤੇ ਹੋਗੀ। ਪਹਿਲਾਂ ਇੱਕ ਥਾਂ ਤੇ ਸੀ, ਮਮਤਾ ਬਨਰਜੀ ਉਹਨਾਂ ਦੀ ਇੱਕੋ ਹੀ ਸਰਕਾਰ ਹੈ ਹਜੇ ਪੱਛਮੀ ਬੰਗਾਲ 'ਚ, ਪਰ ਮਮਤਾ ਬਨਰਜੀ ਦਾ ਕੱਦ ਕਿਸੇ ਵੀ ਪਾਸਿਓਂ ਅਰਵਿੰਦ ਕੇਜਰੀਵਾਲ ਤੋਂ ਛੋਟਾ ਨਹੀਂ ਬਲਕਿ ਵੱਡਾ ਹੀ ਹੈ, ਕਿਉਂਕਿ ਉਹਨਾਂ ਕੋਲੇ ਬਹੁਤ ਵੱਡਾ ਸੂਬਾ ਹੈ ਔਰ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੂੰ ਹਰਾਇਆ। ਸੋ ਅਰਵਿੰਦ ਕੇਜਰੀਵਾਲ ਕੋਲੇ 2 ਸੂਬੇ ਨੇ, ਇਸ ਗੱਲੋਂ ਅਰਵਿੰਦ ਕੇਜਰੀਵਾਲ ਅੱਗੇ ਨੇ। ਪਰ ਕੀ ਰਾਸ਼ਟਰਪਤੀ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਸਹਿਮਤੀ ਦੇਣਗੇ ਅਰਵਿੰਦ ਕੇਜਰੀਵਾਲ ਜੋ ਮਮਤਾ ਬਨਰਜੀ ਚਾਹੁੰਦੇ ਹੋਣਗੇ? ਹੁਣ ਇਹ ਲੱਭਿਆ ਜਾਏਗਾ ਇੱਕ ਤਾਂ ਉਮੀਦਵਾਰ। ਕੀ ਉਮੀਦਵਾਰ ਕਿਸ ਨੂੰ ਬਣਾਇਆ ਜਾਵੇ ਵਿਰੋਧੀ ਧਿਰਾਂ ਦਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਹਾਲਾਂਕਿ ਭਾਰਤੀ ਜਨਤਾ ਪਾਰਟੀ ਕੋਲੇ ਅਸਾਮ ਤੇ ਪੁਡੂਚੇਰੀ ਦੇ ਜਿਹੜੇ ਰਾਜਪਾਲ ਨੇ, ਉਹਨਾਂ ਨੂੰ ਉਮੀਦਵਾਰ ਹੈ ਜਿਹੜਾ ਉਹ ਸਮਝਿਆ ਜਾ ਰਿਹਾ ਕਿ ਉਹ ਬੀਜੇਪੀ ਵੱਲੋਂ ਇੱਕ ਵੱਡੇ ਉਮੀਦਵਾਰ ਹੋਣਗੇ। ਮੈਂ ਉਹਨਾਂ ਦਾ ਨਾਮ ਜ਼ਰੂਰ, ਤਾਮਿਲੀਸਾਈ ਸੁੰਦਰ ਰਾਜਨ ਉਹਨਾਂ ਦਾ ਨਾਮ ਹੈ। ਉਹ ਤੇਲੰਗਾਨਾ ਤੇ ਪੰਡੀਚੇਰੀ, ਤੇਲੰਗਾਨਾ ਔਰ ਪੰਡੀਚੇਰੀ ਦੇ ਰਾਜਪਾਲ ਨੇ। ਉਹਨਾਂ ਦਾ ਨਾਮ ਥੋੜਾ ਔਖਾ ਸੀ, ਮੈਂ ਲਿਖ ਕੇ ਰੱਖਿਆ ਹੋਇਆ ਸੀ। ਸੋ ਜਦਕਿ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਸ਼ਰਦ ਪਵਾਰ ਤੋਂ ਬਾਅਦ ਦੂਸਰਾ ਉਮੀਦਵਾਰ ਕੌਣ ਹੋਏਗਾ ਵਿਰੋਧੀ ਧਿਰਾਂ ਦਾ, ਇਹਦੇ ਉੱਪਰ ਜਿਹੜਾ ਸਲਾਹ ਮਸ਼ਵਰਾ ਹੈ ਉਹ ਅੱਜ ਵਾਲੀ ਮੀਟਿੰਗ ਦੇ ਵਿੱਚ ਹੋਣਾ ਹੈ, ਜਿਹਦੇ ਵਿੱਚ ਬੀਬੀ ਮਮਤਾ ਬਨਰਜੀ ਖਾਸ ਤੌਰ ਤੇ ਪੱਛਮੀ ਬੰਗਾਲ ਤੋਂ ਆਏ ਨੇ। ਸੋ ਨਿਗਾਹ ਸਾਰਿਆਂ ਦੀ ਬਣੀ ਰਹੇਗੀ। ਪਰ ਇੱਥੇ ਸਵਾਲ ਇਹ ਹੈ ਵੀ ਕੀ ਭਗਵੰਤ ਮਾਨ ਅੱਜ ਅਰਵਿੰਦ ਕੇਜਰੀਵਾਲ ਦੇ ਨਾਲ ਸੰਗਰੂਰ ਜਾਣਗੇ? ਕਿਉਂਕਿ ਦੇਖੋ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੀ ਟੈਸਟ ਹੈ ਆਮ ਆਦਮੀ ਪਾਰਟੀ ਦਾ। 3 ਮਹੀਨੇ ਦੀ ਸਰਕਾਰ ਦੀ ਕਾਰਗੁਜ਼ਾਰੀ, ਮੈਂ ਅੱਗੇ ਵੀ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਵੋਟਰਾਂ ਦੇ ਨਾਲ ਹੈ, ਕਿਉਂਕਿ ਬਾਕੀ ਪਾਰਟੀਆਂ ਨੂੰ ਤਾਂ ਲੋਕਾਂ ਨੇ ਪਹਿਲਾਂ ਨਕਾਰਤਾ ਸੀ। ਆਮ ਆਦਮੀ ਪਾਰਟੀ ਦਾ ਮੁਕਾਬਲਾ ਵੋਟਰਾਂ ਦੇ ਨਾਲ ਹੈ ਜ਼ਿਆਦਾ। ਕੀ ਵੋਟਰ ਇਸ 3 ਮਹੀਨੇ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੈ? ਕਿ ਮੁਫਤ ਬਿਜਲੀ ਦੀ ਸਹੂਲਤ ਜਿਸ ਤਰ੍ਹਾਂ ਦਿੱਤੀ ਗਈ ਹੈ ਉਹਦੇ ਤੋਂ ਸੰਤੁਸ਼ਟ ਹੈ? ਕਿ ਪੈਨਸ਼ਨਾਂ ਮਿਲਣ ਲੱਗ ਗਈਆਂ? ਕਿ 1000 ਰੁਪਏ ਖਾਤੇ 'ਚ ਉਹਨਾਂ ਨੂੰ ਭਰੋਸਾ ਹੋ ਗਿਆ ਕਦੋਂ ਆਊਗਾ? ਕਿ ਬਿਜਲੀ ਦੇ ਕੱਟਾਂ ਤੋਂ ਛੁਟਕਾਰਾ ਮਿਲ ਗਿਆ? ਕਿ ਬਿਜਲੀ ਸਮਝੌਤੇ ਜਿਹੜੇ ਸੀ ਉਹ ਗੈਰ ਕਾਨੂੰਨੀ ਸੀ, ਉਹ ਰੱਦ ਕਰਤੇ? ਕਿ ਬਿਜਲੀ ਕੰਪਨੀਆਂ ਤੇ ਜੁਰਮਾਨੇ ਲਾਤੇ? ਸੋ ਬਹੁਤ ਸਾਰੇ ਵਾਅਦੇ ਸੀ ਜਿਹੜੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਵੀ ਅਸੀਂ ਆਉਂਦੇ ਹੀ ਪੂਰੇ ਕਰ ਦਿਆਂਗੇ। ਕੀ ਉਸ ਦਿਸ਼ਾ 'ਚ ਕੋਈ ਕੰਮ ਹੋਇਆ? ਹਾਂ, ਠੀਕ ਹੈ, ਕਰਪਸ਼ਨ ਦੇ ਮਾਮਲੇ 'ਚ ਕੰਮ ਕੀਤਾ। ਕਾਂਗਰਸ ਦੇ ਹੁਣ ਵੀ ਕਈ ਮੰਤਰੀ ਨੇ ਜਿਹੜੇ ਉਹ ਮੌਜੂਦਾ ਵਿਜੀਲੈਂਸ ਤੋਂ ਘਬਰਾਏ ਹੋਏ ਨੇ। ਉਹ ਕਰਪਸ਼ਨ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਠੀਕ ਹੈ। ਜਿਹੜੀਆਂ ਅੱਜ ਬੱਸਾਂ ਸ਼ੁਰੂ ਹੋਣੀਆਂ ਨੇ ਇਹ ਵੀ ਚੰਗੀਆਂ ਨੇ, ਪਰ ਲੋਕਾਂ ਨਾਲ ਜੁੜੇ ਕਈ ਅਜਿਹੇ ਮਸਲੇ ਨੇ ਜਿਹੜੇ ਲੋਕ ਪਹਿਲ ਦੇ ਆਧਾਰ ਤੇ ਉਹਨਾਂ ਦਾ ਹੱਲ ਚਾਹੁੰਦੇ ਸੀ, ਉਸ ਪਾਸੇ ਕੀ ਸਰਕਾਰ ਨੇ ਡਿਲੀਵਰ ਕਰਤਾ? ਇਹ ਜਿਹੜੇ ਵੋਟਰ ਨੇ ਹੁਣ ਤੈਅ ਕਰਕੇ ਦੱਸਣਗੇ ਜਦੋਂ 23 ਜੂਨ ਨੂੰ ਵੋਟਾਂ ਪੈਣਗੀਆਂ। ਇਸ ਕਰਕੇ ਮੈਂ ਕਹਿ ਰਿਹਾ ਵੀ ਕੀ ਹੁਣ ਅਰਵਿੰਦ ਕੇਜਰੀਵਾਲ ਸੰਗਰੂਰ ਜਾਣਗੇ? ਕਿਉਂਕਿ ਭਗਵੰਤ ਮਾਨ ਵੀ ਜ਼ਿਆਦਾ ਪ੍ਰਚਾਰ ਨਹੀਂ ਕਰ ਪਾ ਰਹੇ ਸੰਗਰੂਰ 'ਚ। ਉਹਨਾਂ ਦੇ ਮੰਤਰੀ ਜ਼ਰੂਰ ਕੰਮ ਕਰ ਰਹੇ ਨੇ। ਕਈ ਥਾਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਜਾਂ ਵਿਧਾਇਕ ਨੇ ਉਹਨਾਂ ਨੂੰ ਲੋਕ ਤਿੱਖੇ ਸਵਾਲ ਕਰ ਰਹੇ ਨੇ ਕਿ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਉਹਨਾਂ ਦੇ ਵਿੱਚੋਂ ਕਈ ਚੀਜ਼ਾਂ ਦਾ ਸਾਨੂੰ ਜਵਾਬ ਨਹੀਂ ਮਿਲ ਰਿਹਾ। ਸੋ ਸਵਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਲੋਕ ਕਰਦੇ ਨੇ ਜਦੋਂ ਉਹ ਲੋਕਾਂ 'ਚ ਜਾਂਦੇ ਨੇ, ਕਿਉਂਕਿ ਹੁਣ ਆਮ ਆਦਮੀ ਪਾਰਟੀ ਵੀ ਸੱਤਾ 'ਚ ਹੈ। ਕੋਈ ਵੀ ਧਿਰ ਜਦੋਂ ਸੱਤਾ 'ਚ ਹੁੰਦੀ ਹੈ ਉਹਨੂੰ ਸਵਾਲ ਹੁੰਦਾ ਹੈ। ਸੋ ਇਸ ਕਰਕੇ ਸਥਿਤੀ ਗਰਾਊਂਡ ਦੇ ਵਿੱਚ ਹਰਜੋਤ ਜੀ ਬੜੀ ਚੁਣੌਤੀਪੂਰਨ ਬਣੀ ਹੋਈ ਹੈ। ਔਰ ਮੈਂ ਕੱਲ ਵੀ ਕਿਹਾ ਸੀ, ਪਰਸੋਂ ਵੀ ਕਿਹਾ ਸੀ, ਫਸਵਾਂ ਮੁਕਾਬਲਾ। ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਨੇ। ਅਕਾਲੀ ਦਲ, ਸਿਮਰਜੀਤ ਸਿੰਘ ਮਾਨ ਦੀ ਪਾਰਟੀ, ਆਜ਼ਾਦ ਉਮੀਦਵਾਰ, ਕਾਂਗਰਸ ਵੱਲੋਂ ਜ਼ੋਰ ਲੱਗ ਰਿਹਾ, ਭਾਰਤੀ ਜਨਤਾ ਪਾਰਟੀ ਜ਼ੋਰ ਲਾ ਰਹੀ ਹੈ। ਔਰ ਕਾਂਗਰਸ ਜਿਹੜੇ ਲੀਡਰ ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਨੇ ਉਹ ਵੀ ਸਾਰੇ ਡੇਰਾ ਲਾ ਕੇ ਬੈਠੇ ਹੋਏ ਨੇ। ਸੋ ਬੜਾ ਫਸਵਾਂ ਮੁਕਾਬਲਾ ਹੈ। ਔਰ
ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੇ ਲਈ ਲਗਾਤਾਰ ਕਈ ਤਰ੍ਹਾਂ ਦੇ ਟੈਸਟ ਨੇ। ਹਾਲਾਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਭਗਵੰਤ ਮਾਨ ਜਾਂ ਕੇਜਰੀਵਾਲ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਹੋਣਗੇ, ਕਿਉਂਕਿ ਉਹ ਪਿੱਛੇ ਜੇ ਹਿਮਾਚਲ 'ਚ ਸੰਵਾਦ ਕਰਕੇ ਆਏ ਨੇ। ਅਗਰ ਉਹ ਦੂਜੇ ਸੂਬਿਆਂ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ, ਸੰਵਾਦ ਕਰ ਰਹੇ ਨੇ, ਤੇ ਫਿਰ ਸੰਗਰੂਰ 'ਚ ਆਉਣਾ ਬਣਦਾ। ਅਗਰ ਅਰਵਿੰਦ ਕੇਜਰੀਵਾਲ ਸੰਗਰੂਰ 'ਚ ਨਹੀਂ ਆਉਂਦੇ, ਇਹ ਇੱਕ ਵੱਡਾ ਮੁੱਦਾ ਬਣੇਗਾ ਮੈਨੂੰ ਲੱਗਦਾ ਸਿਆਸੀ ਆਉਣ ਵਾਲੇ ਦਿਨ। ਬਿਲਕੁਲ ਡੱਲਾ ਜੀ, ਮੈਂ ਇੱਥੇ ਨਾਲ ਥੋੜਾ ਹੋਰ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਵਾਲ ਕਰਨਾ ਚਾਹਾਂਗੀ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਮੁੱਦੇ ਬਹੁਤ ਸਾਰੇ ਨੇ ਜੋ ਸਵਾਲ ਆਮ ਲੋਕਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਕੀਤੇ ਜਾ ਰਹੇ। ਨਾਲ ਦੀ ਨਾਲ ਅਗਰ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅੱਜ ਅਗਰ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਮਨੀ ਚੋਣ ਦੇ ਪ੍ਰਚਾਰ ਤੇ ਨਹੀਂ ਜਾਂਦੇ ਤਾਂ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਜ਼ਰੂਰ ਰਹਿਣਗੇ। ਇੱਕ ਮੁੱਦਾ ਜ਼ਰੂਰ ਬਣ ਜਾਏਗਾ ਕਿ ਜੋ ਆਮ ਆਦਮੀ ਪਾਰਟੀ ਦਾ ਮਕਸਦ ਜੋ ਸਿਰਫ ਸਰਕਾਰ ਬਣਾਉਣਾ ਸੀ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵਿਚਰਨਾ ਜਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਉਹਨਾਂ ਦਾ ਮਕਸਦ ਨਹੀਂ ਹੈ। ਪਰ ਮੈਂ ਇੱਥੇ ਇਹ ਗੱਲ ਕਰਨਾ ਚਾਹ ਰਹੀ ਹਾਂ ਕਿ ਕੀ ਅਗਰ ਅਰਵਿੰਦ ਕੇਜਰੀਵਾਲ ਸੰਗਰੂਰ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਜਾਂਦੇ ਨੇ, ਕੀ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਸੰਗਰੂਰ ਪਹੁੰਚਣ ਨਾਲ ਲੋਕਾਂ ਦਾ ਜੋ ਨਜ਼ਰੀਆ ਬਦਲੇਗਾ? ਜਿਵੇਂ ਅਸੀਂ ਜਾਣਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਤੱਕ ਤਸਵੀਰ ਬੜੀ ਸਾਫ਼ ਨਜ਼ਰ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸਭ ਚੀਜ਼ਾਂ ਲੱਗ ਰਹੀਆਂ ਸੀ, ਪਰ ਜਿਸ ਤਰੀਕੇ ਨਾਲ ਤਸਵੀਰ ਬਦਲ ਗਈ ਹੈ ਤਾਂ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਪਹੁੰਚਣ ਨਾਲ ਤਸਵੀਰ ਬਦਲਣ ਵਿੱਚ ਕੁਝ ਮਦਦ ਮਿਲਦੀ ਦਿਖੇਗੀ? ਦੇਖੋ, ਦੋ ਚੀਜ਼ਾਂ ਨੇ। ਅਰਵਿੰਦ ਕੇਜਰੀਵਾਲ ਅਗਰ ਸੰਗਰੂਰ ਜਾਂਦੇ ਨੇ, ਕੋਈ ਰੈਲੀ ਕਰਦੇ ਨੇ, ਕੋਈ ਪ੍ਰੈਸ ਕਾਨਫਰੰਸ ਕਰਦੇ ਨੇ, ਤੇ ਪੱਤਰਕਾਰ ਉਹਨਾਂ ਨੂੰ ਸਿੱਧੇ ਸਵਾਲ ਕਰਨਗੇ ਜਿਨ੍ਹਾਂ ਦਾ ਜਵਾਬ ਅਰਵਿੰਦ ਕੇਜਰੀਵਾਲ ਦੇਣਗੇ। ਅਰਵਿੰਦ ਕੇਜਰੀਵਾਲ ਜਾ ਕੇ ਸਪਸ਼ਟ ਕਰ ਸਕਦੇ ਨੇ ਕਈ ਚੀਜ਼ਾਂ, ਕਿਉਂਕਿ ਵਿਰੋਧੀਆਂ ਨੇ ਤਾਂ ਇਹ ਵੀ ਮੁੱਦਾ ਬਣਾਤਾ ਵੀ ਸ਼ਰਾਬ ਸਸਤੀ ਕਰ ਰਹੇ ਹੋ, ਡੀਜ਼ਲ ਸਸਤਾ ਕੀਤਾ ਨਹੀਂ। ਹਾਲਾਂਕਿ ਚੰਗੀ ਗੱਲ ਵੀ ਹੋਈ ਹੈ ਕਿ ਮੂੰਗੀ MSP ਤੇ ਖਰੀਦੀ ਜਾ ਰਹੀ ਹੈ, ਚੰਗੇ ਪੱਖ ਵੀ ਨੇ ਸਰਕਾਰ ਦੇ, ਪਰ ਫਿਰ ਵੀ ਲੋਕ ਸਵਾਲ ਕਰਨਗੇ ਕਿਉਂਕਿ ਵਿਰੋਧੀਆਂ ਨੇ ਇਹਨੂੰ ਮੁੱਦਾ ਬਣਾਤਾ ਕਿ ਤੁਸੀਂ ਸ਼ਰਾਬ ਸਸਤੀ ਕਰ ਰਹੇ ਹੋ, ਡੀਜ਼ਲ ਸਸਤਾ ਕਿਉਂ ਨਹੀਂ ਕੀਤਾ? ਚਰਨਜੀਤ ਚੰਨੀ ਨੇ 10 ਰੁਪਏ ਡੀਜ਼ਲ ਪੈਟਰੋਲ ਸਸਤਾ ਕਰਤਾ ਸੀ, ਤੁਸੀਂ ਕਿਉਂ ਨਹੀਂ ਕੀਤਾ? ਔਰ ਤੁਸੀਂ ਉਹਨਾਂ ਤੋਂ ਮੰਗ ਕਰਦੇ ਸੀ ਕਿ ਤੁਸੀਂ ਸਸਤਾ ਕਰੋ ਚੰਨੀ ਸਾਹਿਬ, ਤੁਸੀਂ ਸਸਤਾ ਕਿਉਂ ਨਹੀਂ ਕਰ ਰਹੇ? ਤੇ ਚਰਨਜੀਤ ਚੰਨੀ ਨੇ ਸਸਤਾ ਕਰਤਾ ਸੀ। ਚਰਨਜੀਤ ਚੰਨੀ 3 ਰੁਪਏ ਬਿਜਲੀ ਵੀ ਸਸਤੀ ਕਰ ਗਿਆ ਸੀ। ਕੀ ਆਮ ਆਦਮੀ ਪਾਰਟੀ ਨੇ ਆ ਕੇ ਬਿਜਲੀ ਸਸਤੀ ਕੀਤੀ? ਕਿ ਪੈਟਰੋਲ ਡੀਜ਼ਲ ਸਸਤਾ ਕੀਤਾ? ਲੋਕਾਂ ਦੇ ਜ਼ਿਹਨ 'ਚ ਤਾਂ ਇਹ ਸਵਾਲ ਖੜੇ ਨੇ। ਅਗਰ ਅਰਵਿੰਦ ਕੇਜਰੀਵਾਲ ਆਉਣਗੇ ਤੇ ਪੱਤਰਕਾਰ ਉਹਨਾਂ ਨੂੰ ਵੀ ਸਵਾਲ ਕਰਨਗੇ, ਪਰ ਅਰਵਿੰਦ ਕੇਜਰੀਵਾਲ ਕੁਝ ਨਾ ਕੁਝ ਸਪਸ਼ਟ ਦੱਸ ਕੇ ਜਾਣਗੇ ਵੀ ਅਸੀਂ 1000 ਰੁਪਏ ਖਾਤੇ 'ਚ ਕਦੋਂ ਸ਼ੁਰੂ ਕਰਾਂਗੇ। ਇਹਦੀ ਕੋਈ ਡੇਟ ਨਹੀਂ ਦਿੱਤੀ ਗਈ। ਬਿਜਲੀ 300 ਰੁਪਏ ਯੂਨਿਟ ਮਾਫ ਹੈ ਜਿਹੜੀ, ਕੀ ਸੱਚਮੁੱਚ ਪਹਿਲਾਂ ਇਹੀ ਗੱਲ ਕਹੀ ਗਈ ਸੀ ਜਿਵੇਂ ਹੁਣ ਤੁਸੀਂ ਯੋਜਨਾ ਲਾਗੂ ਕੀਤੀ ਹੈ? ਫਿਰ 2500 ਰੁਪਏ ਪੈਨਸ਼ਨ ਹਜੇ ਵੀ ਇੰਤਜ਼ਾਰ ਹੈ। ਸੋ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਹਜੇ ਕਲੈਰਿਟੀ ਨਹੀਂ ਹੈ ਹਰਜੋਤ ਜੀ। ਲੋਕ ਕਲੈਰਿਟੀ ਚਾਹੁੰਦੇ ਆ, ਸਾਡੇ ਲੋਕ ਸਪਸ਼ਟਤਾ ਚਾਹੁੰਦੇ ਨੇ ਕਿ ਸਾਨੂੰ ਪਹਿਲਾਂ ਜੋ ਕਿਹਾ ਗਿਆ ਸੀ ਕੀ ਉਸੇ ਤਰ੍ਹਾਂ ਹੋ ਰਿਹਾ। ਲੋਕ ਇਹ ਚਾਹੁੰਦੇ ਨੇ। ਹਾਲਾਂਕਿ ਦੇਖੋ, ਕੋਈ ਵੀ ਸਰਕਾਰ ਹੋਵੇ, ਕਰਪਸ਼ਨ ਦੇ ਖਿਲਾਫ ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਪਰ ਸਿਰਫ ਕਰਪਸ਼ਨ ਰੁਕਣ ਦੇ ਨਾਲ ਕਿਸੇ ਦੇ ਖਾਤੇ 'ਚ 1000 ਰੁਪਇਆ ਨਹੀਂ ਨਾ ਹੋਣਾ। ਸਿਰਫ ਕਰਪਸ਼ਨ ਰੁਕਣ ਦੇ ਨਾਲ ਕਿਸੇ ਨੂੰ ਰੁਜ਼ਗਾਰ ਤਾਂ ਨਹੀਂ ਨਾ ਮਿਲਣਾ। ਹੁਣ ਕੱਚੇ ਮੁਲਾਜ਼ਮ ਪੱਕੇ ਹੋਣ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਕਿ ਕੱਚੇ ਮੁਲਾਜ਼ਮ ਕਦ ਪੱਕੇ ਹੋਣਗੇ। 25000 ਨੌਕਰੀਆਂ ਕੱਢੀਆਂ ਗਈਆਂ ਸੀ, ਹਾਲਾਂਕਿ ਟੀਚਾ ਤਾਂ ਬਹੁਤ ਸੀ, ਲੱਖਾਂ ਦਾ ਸੀ, ਪਰ 25000 ਕੱਢੀਆਂ ਗਈਆਂ ਸੀ। ਉਹ 25000 ਚੋਂ ਕਿੰਨੀਆਂ ਕੁ ਨਿਕਲੀਆਂ ਨੇ, ਇਹਦੇ ਬਾਰੇ ਕੋਈ ਵੀਡੀਓ ਨਹੀਂ ਆਈ ਕਿ ਅੱਜ 3 ਮਹੀਨੇ ਹੋ ਗਏ ਕੁੱਲ ਇੰਨੀਆਂ ਪੋਸਟਾਂ ਐਡਵਰਟਾਈਜ਼ ਹੋ ਗਈਆਂ ਤੇ ਇੰਨੇ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ। ਸਪਸ਼ਟਤਾ, ਇਹ ਮੁੱਦੇ, ਇਹ ਜਿਹੜੀ ਚੋਣ ਹੈ ਸੰਗਰੂਰ ਦੀ, ਇਹਦੇ ਵਿੱਚ ਅਗਰ ਆਮ ਆਦਮੀ ਪਾਰਟੀ ਸਪਸ਼ਟਤਾ ਨਹੀਂ ਦੇਵੇਗੀ, ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਤੇ ਪ੍ਰੋਮਿਸਿਸ ਤੇ ਸਪਸ਼ਟ ਜਵਾਬ ਨਹੀਂ ਦੇਵੇਗੀ, ਤੇ ਕਨਫਿਊਜ਼ਨ ਵਾਲੀ ਸਥਿਤੀ ਬਣੀ ਰਹੇਗੀ ਔਰ ਵਿਰੋਧੀ ਧਿਰਾਂ ਇਸ ਗੱਲ ਨੂੰ ਮੁੱਦਾ ਬਣਾਉਣਗੀਆਂ ਔਰ ਵਿਰੋਧੀ ਧਿਰਾਂ ਮੁੱਦਾ ਬਣਾ ਵੀ ਰਹੀਆਂ। ਜੀ ਬਿਲਕੁਲ ਸਹੀ ਤੁਸੀਂ ਕਿਹਾ। ਸੋ ਮੁੱਦੇ ਕਈ ਬਣ ਰਹੇ ਨੇ ਬਿਲਕੁਲ ਪੰਜਾਬ ਸਰਕਾਰ ਦੇ ਉਲਟ। ਸੋ ਇੱਥੇ ਮੈਂ ਜ਼ਰੂਰ ਇਸ ਚੀਜ਼ ਤੇ ਲੱਗੋ, ਅਗਰ ਤੁਸੀਂ ਨੌਕਰੀਆਂ ਦਾ ਜ਼ਿਕਰ ਕੀਤਾ ਵਿੱਚ, ਤਾਂ ਨੌਕਰੀਆਂ ਨੂੰ ਲੈ ਕੇ ਸਵਾਲ ਕਰਨਾ ਚਾਹੂੰਗੀ ਕਿ ਜੋ ਭਾਰਤ ਸਰਕਾਰ, ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਨਵੀਂ ਸ਼ੁਰੂ ਕੀਤੀ ਹੈ ਫੌਜ ਵਿੱਚ ਭਰਤੀ ਲਈ, ਤੇ ਇਸ ਬਾਰੇ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿਉਂਕਿ ਇਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਕਿ ਫੌਜ ਵਿੱਚ ਭਰਤੀ ਜਾਤੀ ਦੇ ਆਧਾਰ ਤੇ ਨਹੀਂ ਬਲਕਿ ਸਿਰਫ ਦੇਸ਼ਵਾਸੀ, ਦੇਸ਼ ਦਾ ਨਾਗਰਿਕ ਹੋਣ ਦੇ ਆਧਾਰ ਤੇ ਹੁਣ ਹੋਏਗੀ। ਕੀ ਹੈ ਅਗਨੀਪਥ ਯੋਜਨਾ ਪੂਰੀ? ਇਸ ਦੇ ਬਾਰੇ ਜ਼ਰੂਰ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗੀ ਦਰਸ਼ਕਾਂ ਦੀ ਜਾਣਕਾਰੀ ਲਈ। ਦੇਖੋ, ਬਿਲਕੁਲ ਭਾਰਤ ਸਰਕਾਰ ਦਾ ਜਿਹੜਾ ਰੱਖਿਆ ਮੰਤਰਾਲਾ ਹੈ ਉਹਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ। ਬਕਾਇਦਾ ਸਾਡੇ ਦੇਸ਼ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਸਾਡੇ ਜਿਹੜੇ ਫੌਜ ਦੇ ਵੱਡੇ ਅਫਸਰ ਸੀ, ਮੁਖੀ ਸੀ ਫੌਜਾਂ ਦੇ, ਉਹ ਸਾਰੇ ਉੱਥੇ ਮੌਜੂਦ ਰਹੇ। ਔਰ ਤੁਸੀਂ ਦੇਖੋ, ਇਹ ਬਹੁਤ ਇੱਕ ਵੱਡਾ ਮੌਕਾ ਹੈ। ਅਗਲੇ 90 ਦਿਨਾਂ ਦੇ ਵਿੱਚ ਥਲ ਸੈਨਾ ਦੀ ਪਹਿਲੀ ਜਿਹੜੀ ਰਿਕਰੂਟਮੈਂਟ ਰੈਲੀ ਹੋਣੀ ਹੈ ਔਰ ਉਹਦੇ 'ਚ 40000
ਸਾਡੇ ਫੌਜੀ ਭਰਤੀ ਕੀਤੇ ਜਾਣੇ ਨੇ, ਔਰ ਫੌਜੀਆਂ ਨੂੰ ਹੁਣ ਕਿਹਾ ਜਾਏਗਾ ਇਸ ਯੋਜਨਾ ਤਹਿਤ ਅਗਨਵੀਰ। ਅਗਨੀਵੀਰ ਅਗਨੀਵੀਰ ਆਪਾਂ ਅਗਰ ਪੰਜਾਬੀ ਚ ਬੋਲੀਏ, ਔਰ ਇਹਦਾ ਨਾਮ ਹੈਗਾ ਅਗਨੀਪਥ ਰਿਕਰੂਟਮੈਂਟ ਸਕੀਮ। ਅਗਨੀਪਥ ਸਕੀਮ, ਹੁਣ ਇਹ ਜਿੱਥੋਂ ਤੱਕ ਮੈਂ ਇਹਨੂੰ ਪੜ੍ਹਿਆ ਹਰਜੋਤ ਜੀ, ਇਹ ਮੈਨੂੰ ਬਹੁਤ ਚੰਗੀ ਯੋਜਨਾ ਲੱਗੀ ਭਾਰਤ ਸਰਕਾਰ ਦੀ। ਔਰ ਨਿਸ਼ਚਿਤ ਤੌਰ ਤੇ ਇਹਦੇ ਚ ਹੈ ਕੀ ਹੈ, ਇਹਦੇ ਚ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਜਿਹੜੇ ਸਾਡੇ ਨੌਜਵਾਨ ਨੇ, 17.5 ਸਾਲ ਦੇ ਕਿਸ਼ੋਰਾਂ ਤੋਂ ਲੈ ਕੇ 21 ਸਾਲ ਤੱਕ ਦੇ ਜਿਹੜੇ ਨੌਜਵਾਨ ਨੇ, ਉਹਨਾਂ ਕੋਲੇ 4 ਸਾਲ ਫੌਜ ਦੀ ਸੇਵਾ ਦਾ ਮੌਕਾ ਹੈ। ਇਹਨਾਂ 4 ਸਾਲਾਂ ਚ ਪਹਿਲੇ 6 ਮਹੀਨੇ ਟ੍ਰੇਨਿੰਗ ਹੋਏਗੀ, ਔਰ ਉਹਨਾਂ ਨੂੰ ਪਹਿਲੇ ਸਾਲ ਤੋਂ 4,76,000 ਰੁਪਏ ਦਾ ਸਾਲਾਨਾ ਸੈਲਰੀ ਪੈਕੇਜ ਹੋਏਗਾ। ਮਤਲਬ ਲਗਭਗ 4.5 ਲੱਖ ਦਾ ਉਹਨਾਂ ਦਾ 1 ਸਾਲ ਦਾ ਸੈਲਰੀ ਦਾ ਪੈਕੇਜ ਹੋਏਗਾ। ਔਰ ਇਹਦੇ ਨਾਲ ਚੌਥੇ ਸਾਲ ਤੱਕ 4 ਸਾਲ ਦੀ ਕੁੱਲ ਸਰਵਿਸ ਹੋਏਗੀ, ਚੌਥੇ ਸਾਲ ਉਹਨਾਂ ਨੂੰ 6.92 ਲੱਖ ਤੱਕ ਉਹਨਾਂ ਦਾ ਪੈਕੇਜ ਹੋ ਜਾਏਗਾ। ਸੋ ਕਰੀਬ 7 ਲੱਖ ਚੌਥੇ ਸਾਲ ਤਨਖਾਹ ਮਿਲੂਗੀ। ਇਹ ਮਹੀਨਿਆਂ 'ਚ ਤਨਖਾਹ ਆ ਜਾਣੀ ਹੈ, ਔਰ ਇਹਦਾ ਕੁਝ ਹਿੱਸਾ ਸਰਕਾਰ ਕੋਲੇ ਰਹੂਗਾ, ਜਿਹੜਾ ਬਾਅਦ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਦੇ ਲਾਭ ਦੇ ਤੌਰ ਦੇ ਉੱਤੇ ਵੀ ਮਿਲੂਗਾ, ਕੁਝ ਪਰਸੈਂਟੇਜ, ਜਿਵੇਂ ਆਮ ਸਾਡੇ ਕਟੌਤੀ ਹੁੰਦੀ ਹੈ। ਪਰ ਇਹ ਇੱਕ 17 ਤੋਂ 21 ਸਾਲ ਦੇ ਕਿਸੇ ਵੀ ਨੌਜਵਾਨ ਦੇ ਲਈ ਇੱਕ ਚੰਗਾ ਪੈਕੇਜ ਹੈ, ਇੱਕ ਚੰਗੀ ਉਹਦੇ ਲਈ ਇੱਕ ਤਨਖਾਹ ਹੈ ਮੈਂ ਕਹਾਂ। ਨਾਲੇ ਉਹ ਦੇਸ਼ ਸੇਵਾ ਕਰੂਗਾ, ਫੌਜ ਉਹਦੀ ਟ੍ਰੇਨਿੰਗ ਹੋਏਗੀ, ਭਾਵੇਂ ਚੀਨ ਦਾ ਬਾਰਡਰ ਹੈ, ਭਾਵੇਂ ਪਾਕਿਸਤਾਨ ਦਾ ਬਾਰਡਰ ਹੈ, ਉੱਥੇ ਟ੍ਰੇਨਿੰਗ ਹੋਊਗੀ। ਸਾਰੀਆਂ ਜਿਹੜੀਆਂ ਫੌਜ ਦੀਆਂ ਜਿਹੜੀਆਂ ਟ੍ਰੇਨਿੰਗਸ ਨੇ ਉਹਨਾਂ ਨੂੰ ਸਿੱਖਣ ਦਾ ਉਹਨਾਂ ਨੂੰ ਮੌਕਾ ਪ੍ਰਾਪਤ ਹੋਊਗਾ। ਔਰ 17.5 ਸਾਲ ਤੋਂ 21 ਸਾਲ ਬਹੁਤ ਵੱਡੀ ਗਿਣਤੀ 'ਚ ਸਾਡੇ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ ਇਹਦਾ ਹਿੱਸਾ ਬਣਨਗੇ। ਔਰ ਸਾਡੀ ਜਿਹੜੀ ਫੌਜ ਦੀ ਜਿਹੜੀ ਆਮ ਤੌਰ ਤੇ ਹਜੇ ਤੱਕ ਜਿਹੜੀ ਐਵਰੇਜ ਜਿਹੜੀ ਏਜ ਸੀ ਨਾ ਜੀ, ਉਹ 32 ਸਾਲ ਸੀ। ਸੋ ਨੌਜਵਾਨਾਂ ਦੇ ਮਾਮਲੇ ਤੇ ਫੌਜ 'ਚ ਆਉਣ ਵੇਲੇ ਤੇ ਹੁਣ ਹੋ ਜਾਏਗੀ 26 ਸਾਲ। ਸੋ ਐਵਰੇਜ, ਹਾਲਾਂਕਿ ਨਵੀਂ ਭਰਤੀ ਤਾਂ 17.5 ਤੋਂ 21 ਸਾਲ 'ਚ ਹੀ ਹੋਣੀ ਹੈ, ਪਰ ਕੁੱਲ ਫੌਜ ਦੀ ਜਿਹੜੀ ਐਵਰੇਜ ਉਮਰ ਹੈ ਉਹ ਵੀ ਬਹੁਤ ਜਲਦੀ 26 ਸਾਲ ਬਣ ਜਾਏਗੀ। ਸੋ ਸਾਡੀ ਜਿਹੜੀ ਫੋਰਸ ਹੈ ਉਹ ਬਹੁਤ ਨੌਜਵਾਨ ਬਣੇਗੀ, ਔਰ ਇਹਦੇ ਨਾਲ ਨੌਜਵਾਨਾਂ ਨੂੰ ਕਿਸ਼ੋਰ ਅਵਸਥਾ ਪਾਰ ਕਰਦੇ ਹੀ ਦੇਸ਼ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ। ਔਰ 4 ਸਾਲ ਬਾਅਦ ਜਦੋਂ ਇਹਨਾਂ ਨੇ ਰਿਟਾਇਰ ਹੋਣਾ, ਇਹਨਾਂ ਚੋਂ 25% ਨੇ ਜਿਹੜੇ ਉਹ ਅੱਗੇ ਵਧਣਗੇ, ਔਰ 75% ਨੇ ਜਿਹੜੇ ਉਹ ਇੱਕ ਤਰੀਕੇ ਨਾਲ ਉਹਨਾਂ ਦਾ 4 ਸਾਲ ਦਾ ਜਿਹੜਾ ਸਰਵਿਸ ਟਰਮ ਹੈ ਉਹ ਸਮਾਪਤ ਹੋਏਗੀ। ਔਰ ਜਿਹੜੇ 75% ਨੇ ਉਹਨਾਂ ਨੂੰ ਲਗਭਗ 12.5 ਲੱਖ 11,70,000 ਰੁਪਏ ਦੀ ਉਹਨਾਂ ਨੂੰ ਰਿਟਾਇਰਮੈਂਟ ਦੇ ਤਹਿਤ 4 ਸਾਲਾਂ ਬਾਅਦ ਰਾਸ਼ੀ ਮਿਲੇਗੀ। ਸੋ ਤੁਸੀਂ 21 ਸਾਲ 'ਚ ਸਾਡਾ ਵਿਦਿਆਰਥੀ ਅਗਰ ਕੋਈ ਸੇਵਾ ਕਰਕੇ ਬਾਹਰ ਆਏਗਾ ਫੌਜ 'ਚ ਅਗਨੀਵੀਰ, ਤੇ ਉਹ 12.5 ਲੱਖ ਰੁਪਇਆ ਨਾਲ ਲੈ ਕੇ ਆਏਗਾ। ਔਰ 21 ਸਾਲ ਤੋਂ ਬਾਅਦ ਉਹਦੇ ਕੋਲੇ 4 ਸਾਲ ਦਾ ਐਕਸਪੀਰੀਅੰਸ ਹੋਏਗਾ, ਉਹ ਸਕਿਲਡ ਹੋਏਗਾ, ਟ੍ਰੇਨਡ ਹੋਏਗਾ, ਭਾਵੇਂ ਉਹ ਸਿਕਿਉਰਿਟੀ ਸਰਵਿਸਿਜ਼ ਵਾਲੇ ਪਾਸੇ ਚਲਾ ਜਾਵੇ, ਭਾਵੇਂ ਉਹ 21 ਸਾਲ ਦਾ ਸਾਡਾ ਟੈਲੈਂਟ, ਭਾਵੇਂ ਉਹ ਹੋਰ ਪੜ੍ਹਾਈ ਕਰੇ, ਕਿਸੇ ਪ੍ਰਾਈਵੇਟ ਕੰਪਨੀ ਜੁਆਇਨ ਕਰੇ, ਉਹਦੇ ਕੋਲੇ ਜ਼ਿੰਦਗੀ 'ਚ ਬਹੁਤ ਆਪਸ਼ਨਸ ਨੇ, ਚਾਹੇ ਖੇਡਾਂ ਵਾਲੇ ਪਾਸੇ ਆਵੇ। ਔਰ ਉਹਦੇ ਕੋਲੇ 12 ਲੱਖ ਰੁਪਇਆ 21 ਸਾਲ ਦੀ ਉਮਰ ਤੋਂ ਬਾਅਦ ਹੋਏਗਾ, ਜਿਹੜਾ ਆਮ ਤੌਰ ਤੇ ਸਾਡੇ ਕੋਲੇ ਨਹੀਂ ਹੁੰਦਾ। ਮੇਰੇ ਕੋਲੇ 12 ਲੱਖ ਹੈ, ਮੈਨੂੰ ਲੱਗਦਾ 35 40 ਸਾਲ ਤੋਂ ਬਾਅਦ ਹੀ ਕਿਤੇ ਇਕੱਠਾ ਹੋਇਆ ਹੋਣਾ ਜੀ, ਕਿੱਥੇ ਹੁੰਦਾ ਇੰਨੀ ਛੇਤੀ, ਕਦੀ ਹਿਸਾਬ ਲਾਵਾਂਗੇ ਬਹਿ ਕੇ। ਪਰ 21 ਸਾਲ ਇੱਕ ਬੜੀ ਚੰਗੀ ਉਮਰ ਹੈ, 21 ਸਾਲ ਇੱਕ ਬੜੀ ਚੰਗੀ ਉਮਰ ਹੈ, ਜਿਹਦੇ 'ਚ 12 ਲੱਖ ਰੁਪਏ ਇੱਕ ਰਾਸ਼ੀ ਦੇ ਤੌਰ ਦੇ ਉੱਤੇ ਨਾਲ ਮਿਲੇਗਾ, ਔਰ ਅਪਾਰ ਸੰਭਾਵਨਾਵਾਂ ਬਣਨਗੀਆਂ। ਔਰ ਜਿਵੇਂ ਤੁਸੀਂ ਪਹਿਲਾਂ ਸਵਾਲ ਕੀਤਾ ਸੀ, ਇੱਕ ਬਹੁਤ ਵੱਡਾ ਫੈਸਲਾ, ਹੁਣ ਜਿਹੜੀ ਭਰਤੀ ਹੋਣੀ ਹੈ ਨਾ ਜੀ, ਉਹ ਕਿਸੇ ਰੈਜੀਮੈਂਟ ਦੇ, ਕਿਉਂਕਿ ਰੈਜੀਮੈਂਟ ਜਿਹੜੇ ਸਾਡੇ ਸੀਗੇ ਉਹ ਜਾਤੀਆਂ, ਧਰਮ, ਖਿੱਤਿਆਂ ਤੇ ਵੰਡੀਆਂ ਹੋਈਆਂ ਸੀ। ਮੈਂ ਕੁਝ ਨਾਮ ਵੀ ਲੈ ਲੈਣਾ, ਜਿਵੇਂ ਸਾਡੇ ਹੁੰਦਾ ਸੀ ਜਾਟ ਰੈਜੀਮੈਂਟ, ਇਨਫੈਂਟਰੀ ਰੈਜੀਮੈਂਟ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀ ਆ ਰਹੀ ਸੀ, ਜਾਟ ਰੈਜੀਮੈਂਟ, ਰਾਜਪੂਤ, ਗੋਰਖਾ, ਡੋਗਰਾ, ਕੁਮਾਊਂ, ਗੜਵਾਲ, ਬਿਹਾਰ, ਨਾਗਾ, ਜੰਮੂ ਕਸ਼ਮੀਰ ਲਾਈਟ ਇਨਫੈਂਟਰੀ, ਇਸੇ ਤਰ੍ਹਾਂ ਜੰਮੂ ਕਸ਼ਮੀਰ ਰਾਈਫਲਸ। ਸੋ ਹੁਣ ਇਹ ਸਾਰੇ ਰੈਜੀਮੈਂਟ ਸੀ ਜਿਹੜੇ ਪੁਰਾਣੇ ਕਿਤੇ ਨਾ ਕਿਤੇ ਧਰਮ, ਜਾਤੀ, ਖੇਤਰ ਇਹਦੇ ਆਧਾਰ ਦੇ ਉੱਤੇ, ਹੁਣ ਸਿਰਫ ਭਾਰਤੀ ਹੋਣ ਦੇ ਨਾਤੇ ਫੌਜ 'ਚ ਭਰਤੀ ਹੋਇਆ ਕਰੇਗੀ ਕਿ ਅਸੀਂ ਇੰਡੀਅਨ ਆ, ਅਸੀਂ ਭਾਰਤੀ। ਸੋ ਦੇਸ਼ ਦੇ ਨਾਗਰਿਕ ਦੇ ਤੌਰ ਦੇ ਉੱਤੇ ਭਾਵੇਂ ਅਸੀਂ ਪੰਜਾਬੀ ਹੋਈਏ, ਭਾਵੇਂ ਗੁਜਰਾਤੀ,
ਅਸੀਂ ਸਾਰਿਆਂ ਕੋਲੇ, ਸਾਡੇ ਕੋਲੇ ਪਾਸਪੋਰਟ ਤਾਂ ਭਾਰਤ ਦਾ ਹੀ ਹੈ ਨਾ, ਇੰਡੀਅਨ ਪਾਸਪੋਰਟ ਹੈ। ਸੋ ਅਸੀਂ ਦੇਸ਼ ਦੀ ਨਾਗਰਿਕਤਾ ਦੇ ਆਧਾਰ ਦੇ ਉੱਤੇ ਫੌਜ ਦੇ ਵਿੱਚ ਹੁਣ ਸ਼ਾਮਲ ਹੋ ਸਕਾਂਗੇ। ਸੋ ਇਹ ਜਿਹੜਾ ਹੈਗਾ ਨਵਾਂ ਬਦਲਾਅ ਹੈ। ਔਰ ਹੁਣ ਤੋਂ 90 ਦਿਨਾਂ ਦੇ ਵਿੱਚ ਹਰਜੋਤ ਜੀ ਪਹਿਲੀ ਰਿਕਰੂਟਮੈਂਟ ਰੈਲੀ ਹੋਣੀ ਹੈ ਔਰ ਇਹਦੇ ਚ 40,000 ਅਗਨੀਵੀਰਾਂ ਦੀ ਭਰਤੀ ਕੀਤੀ ਜਾਣੀ ਹੈ। ਔਰ ਜਿਹੜੇ ਇਹ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਫਿਗਰ ਹੈ। ਥਲ ਸੈਨਾ ਚ ਇਹ 40,000 ਭਰਤੀ ਹੋਣੇ ਨੇ। ਇਸੇ ਤਰ੍ਹਾਂ 3500 ਅਗਨੀਵੀਰ ਨੌ ਸੈਨਾ ਦੇ ਲਈ ਔਰ 3500 ਵਾਯੂ ਸੈਨਾ ਔਰ 3000 ਨੌ ਸੈਨਾ ਦੇ ਲਈ, ਉਹਨਾਂ ਦੀ ਵੀ ਜਲਦੀ ਭਰਤੀ ਹੋਏਗੀ। ਸੋ ਇਹ ਪੂਰੀ ਭਰਤੀ ਨਾਲ ਜੁੜੀ ਹੋਈ ਜਾਣਕਾਰੀ ਸੀ, ਜਿਹੜੀ ਮੈਨੂੰ ਲੱਗਦਾ ਹੈ ਕਿ ਬਹੁਤ ਚੰਗੀ ਜਾਣਕਾਰੀ ਹੈ। ਬਿਲਕੁਲ ਬਿਲਕੁਲ। ਇਹਦੇ ਚ ਸਾਡੀਆਂ ਜਿਹੜੀਆਂ ਬੱਚੀਆਂ ਨੇ 17, 17.5 ਤੋਂ 21 ਸਾਲ ਦੀਆਂ ਸਾਡੀਆਂ ਛੋਟੀਆਂ ਭੈਣਾਂ, ਉਹ ਵੀ ਇਹਦਾ ਹਿੱਸਾ ਬਣ ਸਕਦੀਆਂ ਨੇ, ਉਹ ਵੀ ਸ਼ਮੂਲੀਅਤ ਕਰ ਸਕਦੀਆਂ ਨੇ। ਸਿਰਫ ਬॉयਜ਼ ਨਹੀਂ, ਗਰਲਜ਼ ਵੀ ਉੱਥੇ ਐਲੀਜੀਬਲ ਨੇ। ਜੀ ਬਿਲਕੁਲ, ਤੁਸੀਂ ਸਹੀ ਕਿਹਾ। ਔਰ ਨਾਲ ਦੇ ਨਾਲ ਇੱਕ ਹੋਰ ਅਗਰ ਨਾਲ ਜੁੜਦੀ ਹੀ ਗੱਲ ਕਰ ਲਈਏ, ਅਗਰ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਹਾਂ ਕਿ ਮੋਦੀ ਸਰਕਾਰ ਨੇ ਵੀ ਜੋ ਹੈ ਨਵਾਂ ਫੈਸਲਾ ਲਿਆ ਕਿ ਅਗਲੇ 1.5 ਸਾਲਾਂ ਵਿੱਚ 10 ਲੱਖ ਭਰਤੀਆਂ ਕੀਤੀਆਂ ਜਾਣਗੀਆਂ। ਕੀ ਅਸੀਂ ਇਹ ਆਉਣ ਵਾਲੀਆਂ ਚੋਣਾਂ ਦਾ ਅਸਰ ਕਹੀਏ ਕਿ ਚਾਹੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ, ਚਾਹੇ ਅਸੀਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕਰ ਲਈਏ, ਜਦੋਂ ਵੀ ਚੋਣਾਂ ਨੇੜੇ ਆਉਣ ਲੱਗਦੀਆਂ ਨੇ ਤਾਂ ਇੱਕਦਮ ਭਰਤੀਆਂ ਖੁੱਲਣ ਲੱਗ ਜਾਂਦੀਆਂ ਨੇ, ਨੌਜਵਾਨਾਂ ਦੇ ਲਈ ਮੌਕੇ ਦਿਖਣੇ ਸ਼ੁਰੂ ਹੋ ਜਾਂਦੇ ਨੇ। ਤੇ ਇਸ ਦੇ ਬਾਰੇ ਕਿਵੇਂ ਕਹੋਗੇ ਕਿ ਅਗਲੇ 1.5 ਸਾਲਾਂ ਵਿੱਚ 10 ਲੱਖ ਭਰਤੀਆਂ ਕੇਂਦਰ ਸਰਕਾਰ ਕਰਨ ਜਾ ਰਹੀ ਹੈ? ਦੇਖੋ 10 ਲੱਖ ਭਰਤੀਆਂ 1.5 ਸਾਲਾਂ ਚ ਹੋ ਜਾਣ, ਪਹਿਲੀ ਤਾਂ ਵੱਡੀ ਗੱਲ ਇਹ ਹੁੰਦੀ ਹੈ ਕਿਉਂਕਿ ਸਰਕਾਰਾਂ ਐਲਾਨ ਬਹੁਤ ਵੱਡੇ ਕਰਦੀਆਂ ਨੇ। ਜਿੱਥੋਂ ਤੱਕ ਫੌਜ ਵਾਲੀ ਗੱਲ ਹੈ, ਕਿਉਂਕਿ ਫੌਜ ਸਾਡੀ ਬਹੁਤ ਇੱਕ ਡਿਸਪਲਿਨਡ ਫੋਰਸ ਹੈ। ਜਿਹੜੀ ਫੌਜ ਜਿਹੜੀ ਗੱਲ ਕਹਿੰਦੀ ਹੈ, ਸਾਡੇ ਮੁਲਕ ਚੋਂ ਗੱਲ ਪਿਛਲੇ ਸਮਿਆਂ ਚ ਫੌਜ ਵੱਲੋਂ ਲਗਭਗ ਪੂਰੀ ਕੀਤੀ ਗਈ ਹੈ। ਸੋ ਮੈਂ ਤਾਂ ਫੌਜ ਦੀ ਜਿਹੜਾ ਐਕੂਰੇਸੀ ਲੈਵਲ ਹੈ ਜਾਂ ਉਹਨਾਂ ਦਾ ਅਗਰ ਅਸੀਂ ਉਹਨਾਂ ਦਾ ਸਕਸੈਸ ਰੇਟ ਕੱਢੀਏ ਤਾਂ ਫੌਜ ਦਾ ਸਕਸੈਸ ਰੇਟ ਮੈਂ 100% ਮੰਨਦਾ। ਹੁਣ ਜਿੱਥੋਂ ਗੱਲ ਰਹੀ ਸਾਡੀ ਸਰਕਾਰਾਂ ਦੀ, ਕਿਉਂਕਿ ਸਰਕਾਰਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਮਹਿਕਮੇ ਨੇ, ਬਹੁਤ ਤਰ੍ਹਾਂ ਦੀਆਂ ਮਿਨਿਸਟਰੀਜ਼ ਇਨਵੋਲਵ ਨੇ ਇੱਕ ਮਹਿਕਮੇ ਦੇ ਵਿੱਚ। ਜੇ ਮੋਦੀ ਸਾਹਿਬ ਨੇ 10 ਲੱਖ ਕਹੇ ਨੇ ਤੇ ਦੇਖੋ ਦੇਸ਼ ਦੇ ਹਿਸਾਬ ਦੇ ਨਾਲ 10 ਲੱਖ ਜ਼ਿਆਦਾ ਨਹੀਂ। ਸਾਡੇ ਜਿਹੜੇ ਸਾਰੇ ਸੂਬੇ ਨੇ, ਅਗਰ ਅਸੀਂ ਉਹਨਾਂ ਦੇ 10 ਲੱਖ ਨੂੰ ਤਕਸੀਮ ਕਰ ਦਈਏ ਤੇ ਕੋਈ ਬਹੁਤ ਜ਼ਿਆਦਾ ਨਹੀਂ। ਹੁਣ ਭਗਵੰਤ ਮਾਨ ਸਾਹਿਬ ਨੇ ਪੰਜਾਬ 'ਚ ਹਜੇ 25,000 ਐਲਾਨ ਕੀਤੀਆਂ ਨੇ। ਇਹਨਾਂ ਨੇ ਤਾਂ ਕਿਹਾ ਸੀ ਵੀ ਕਾਰਡ ਸਾਂਭ ਲਓ, ਕੈਪਟਨ ਅਮਰਿੰਦਰ ਵਾਲੇ ਪਰਚੀਆਂ ਸਾਂਭ ਲਓ, ਲੱਖਾਂ 'ਚ ਨੌਕਰੀਆਂ ਦੇਵਾਂਗੇ, ਪਰ ਉਹ 5 ਸਾਲਾਂ 'ਚ ਦੇਣੀ ਹੈ। ਪਰ ਹਜੇ 25,000 ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਇਆ। ਬਾਕੀ ਦਾ ਕੰਮ ਸਵਾਲ ਜਦੋਂ ਇਹ 25,000 ਭਰਤੀ ਹੋ ਜਾਣਗੇ ਫੇਰ ਸ਼ੁਰੂ ਹੋਣਾ। ਪਰ ਮੈਨੂੰ ਲੱਗਦਾ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਇਹ ਮੁਕਾਬਲਾ ਹੋਊਗਾ ਕਿ ਮੋਦੀ ਸਾਹਿਬ ਨੇ 10 ਲੱਖ ਕਹੀਆਂ ਸੀ, ਉਹ ਕਿੰਨੀਆਂ ਭਰ ਗਏ 10 ਲੱਖ 'ਚ, ਤੇ ਭਗਵੰਤ ਮਾਨ ਜੀ ਨੇ ਸਰਕਾਰ 'ਚ ਆਉਣ ਵੇਲੇ 25,000 ਕਿਹਾ ਸੀ, ਇਹ ਕਿੰਨੀਆਂ ਭਰ ਗਏ। ਇਹ ਮੁਕਾਬਲਾ ਹੋਊਗਾ 2024 'ਚ ਪੰਜਾਬ 'ਚ। ਭਗਵੰਤ ਮਾਨ ਜੀ ਨੇ 25,000 ਕਹੀਆਂ ਸੀ, ਇਹ ਕਿੰਨੀਆਂ ਕੁ ਭਰਦੇ ਨੇ। ਮੋਦੀ ਸਾਹਿਬ ਨੇ 10 ਲੱਖ ਕਹੀਆਂ ਸੀ, ਉਹ ਕਿੰਨੀਆਂ ਕੁ ਭਰਦੇ ਨੇ। ਦੇਖੋ ਕਿਉਂਕਿ ਸਰਕਾਰਾਂ ਇਸੇ ਕਰਕੇ ਚੁਣੀਆਂ ਜਾਂਦੀਆਂ ਨੇ ਕਿ ਇਹ ਨੌਕਰੀਆਂ ਦੇਣ, ਇਹ ਬੋਝ ਘਟਾਉਣ, ਇਹ ਸਾਨੂੰ ਅਮੀਰ ਬਣਾਉਣ, ਸਾਡੇ ਮੁਲਕ ਨੂੰ, ਸਾਡੇ ਲਈ ਸਾਧਨ ਪੈਦਾ ਕਰਨ, ਗਰੀਬਾਂ ਨੂੰ ਸਹੂਲਤਾਂ ਮਿਲਣ, ਖੇਤੀ ਕਿਸਾਨੀ ਦਾ ਵਿਕਾਸ ਹੋਵੇ, ਕਰਜ਼ਾ ਮੁਕਤੀ ਹੋਵੇ। ਸੋ ਇਸ ਕਰਕੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਚੋਣਾਂ ਨੇੜੇ ਆ ਜਾਂਦੀਆਂ, ਤੁਸੀਂ ਦੇਖੋ 2 ਸਾਲ ਰਹਿ ਗਏ, ਮੋਦੀ ਸਾਹਿਬ ਦੇ ਇਸ਼ਤਿਹਾਰ ਫੇਰ ਚੈਨਲਾਂ ਤੇ ਦਿਖਣ ਲੱਗ ਗਏ ਸਾਨੂੰ। ਕੁਝ ਸਮਾਂ ਪਹਿਲਾਂ ਤੱਕ ਸਾਨੂੰ ਅਰਵਿੰਦ ਕੇਜਰੀਵਾਲ ਜੀ ਦੇ ਵੀ ਇਸ਼ਤਿਹਾਰ ਖੂਬ ਦਿਖਦੇ ਸੀ, ਔਰ ਪੰਜਾਬ ਦੀਆਂ ਚੋਣਾਂ 'ਚ ਵੀ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਇਸ਼ਤਿਹਾਰ ਦੇਖੇ ਸੀ। ਸੋ ਪੋਲੀਟੀਕਲ ਪਾਰਟੀਆਂ ਕੋਲੇ ਪੈਸਾ ਹੁੰਦਾ ਭਾਈ ਚੰਗਾ ਹਰਜੋਤ ਜੀ, ਇਸ ਕਰਕੇ ਉਹ ਚੈਨਲਾਂ ਨੂੰ, ਅਖਬਾਰਾਂ ਨੂੰ, ਵੈਬਸਾਈਟਾਂ ਨੂੰ ਇਸ਼ਤਿਹਾਰ ਦਿੰਦੀਆਂ ਨੇ। ਸੋ ਉਹ ਇਸ਼ਤਿਹਾਰ ਨਾਲ ਆਪਣਾ ਪ੍ਰਚਾਰ ਕਰਦੀਆਂ ਨੇ। ਹੁਣ ਮੋਦੀ ਸਾਹਿਬ ਦਾ ਵੀ ਇਸ਼ਤਿਹਾਰਾਂ ਦਾ ਦੌਰ ਸ਼ੁਰੂ ਹੋ ਗਿਆ। ਬਾਕੀ ਜਿਹੜਾ 2 ਸਾਲ 'ਚ 10 ਲੱਖ ਨੌਕਰੀਆਂ ਨੇ, ਫੈਸਲਾ ਤਾਂ ਚੰਗਾ ਔਰ ਕੇਂਦਰ ਸਰਕਾਰ ਕੋਲੇ ਸਾਧਨ ਵੀ ਚੰਗੇ ਨੇ। ਸੋ ਅਗਰ ਕੇਂਦਰ ਸਰਕਾਰ 10 ਲੱਖ ਨੌਕਰੀਆਂ ਦੇ ਜਾਂਦੀ ਹੈ ਤੇ ਇਹ ਇੱਕ ਵੱਡੀ ਪ੍ਰਾਪਤੀ ਹੋਊਗੀ। ਪਰ ਮੁਲਕ 'ਚ ਸੰਭਾਵਨਾ ਹੈ ਨੌਕਰੀਆਂ ਦੀ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਲਗਾਤਾਰ ਰਿਟਾਇਰ ਹੁੰਦੇ ਨੇ। ਸੋ ਇਹ ਵੀ ਜਿਹੜੀਆਂ 10 ਲੱਖ ਨੌਕਰੀਆਂ ਨੇ, ਇਹ ਪੰਜਾਬ ਦੀ ਤਰ੍ਹਾਂ ਹਰਜੋਤ ਜੀ ਵੱਖ-ਵੱਖ ਮਹਿਕਮਿਆਂ ਦੇ ਵਿੱਚੋਂ ਹੀ ਜਿਹੜੀਆਂ ਨੇ ਦੇਸ਼ ਦੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਹੀ ਦਿੱਤੀਆਂ ਜਾਣਗੀਆਂ। ਜੀ ਬਿਲਕੁਲ ਸਹੀ ਕਿਹਾ ਤੁਸੀਂ ਡੱਲਾ ਜੀ। ਪਰ ਨਾਲ ਦੀ ਨਾਲ ਗੱਲ ਕਰਨਾ ਚਾਹਾਂਗੇ ਡਾਲਰ ਅਤੇ ਰੁਪਈਏ ਨੂੰ ਲੈ ਕੇ ਵੀ। ਡਾਲਰ ਜੋ ਹੈ ਹੋਰ ਤਕੜਾ ਹੁੰਦਾ ਜਾ ਰਿਹਾ ਹੈ, ਰੁਪਈਆ ਕਮਜ਼ੋਰ ਹੁੰਦਾ ਜਾ ਰਿਹਾ ਹੈ। ਕੀ ਕਾਰਨ ਨਜ਼ਰ ਆ ਰਹੇ ਨੇ? ਦੇਖੋ ਦੁਨੀਆ 'ਚ 2 ਚੀਜ਼ਾਂ ਤਕੜੀਆਂ ਹੋ ਰਹੀਆਂ ਨੇ, ਇੱਕ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਇੱਕ ਅਮਰੀਕਾ ਦਾ ਡਾਲਰ। ਤੇ ਸਾਡਾ ਰੁਪਈਆ ਥੋੜਾ ਜਿਹਾ ਕਮਜ਼ੋਰ ਹੋ ਰਿਹਾ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਰੁਪਈਏ ਨੂੰ ਉੱਪਰ ਚੱਕਣ ਦੇ ਲਈ ਭਾਰਤ ਸਰਕਾਰ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਨੇ।
ਕਿਉਂਕਿ ਸਭ ਤੋਂ ਵੱਧ ਸਾਡੇ ਲਈ ਜ਼ਰੂਰੀ ਹੈ ਕਿ ਸਾਡੇ ਰੁਪਈਏ ਤੇ ਡਾਲਰ 'ਚ ਫਰਕ ਘਟੇ, ਸਾਡਾ ਰੁਪਈਆ ਤਕੜਾ ਹੋਵੇ। ਔਰ ਅੱਜ ਵੀ ਸਾਡਾ ਰੇਟ ਜਿਹੜਾ ਕੱਲ ਦਾ ਸੀ 78 ਸੀ ਸਵੇਰੇ, 77 78 77 78 ਇਸ ਤਰੀਕੇ ਨਾਲ ਡਾਲਰ ਹੈ ਜਿਹੜਾ ਚੱਲ ਰਿਹਾ। ਸਾਡੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੈਨੇਡਾ ਆਣਾ ਜਾਣਾ ਹੁੰਦਾ, ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਖਾਸ ਤੌਰ ਤੇ ਸਾਡੇ ਵਿਦਿਆਰਥੀ। ਹਰਜੋਤ ਜੀ, ਸਾਡੇ ਵਿਦਿਆਰਥੀਆਂ ਜਿਨ੍ਹਾਂ ਦੀਆਂ ਫੀਸਾਂ ਬਾਹਰ ਜਾਂਦੀਆਂ ਨੇ, ਸੋ ਜਦੋਂ ਡਾਲਰ ਵੱਧ ਜਾਂਦਾ, ਰੁਪਈਆ ਕਮਜ਼ੋਰ ਹੁੰਦਾ, ਤੇ ਸਾਡੇ ਵਿਦਿਆਰਥੀਆਂ ਨੂੰ ਜ਼ਿਆਦਾ ਪੈਸੇ ਫੀਸਾਂ ਦੇ ਰੂਪ ਦੇ ਵਿੱਚ ਅਦਾ ਕਰਨੇ ਪੈਂਦੇ ਨੇ। ਸੋ ਉਮੀਦ ਇਹੀ ਕਰਦੇ ਹਾਂ ਕਿ ਜਿਹੜਾ ਡਾਲਰ ਹੈ ਉਹ ਕਮਜ਼ੋਰ ਹੋਵੇ ਤੇ ਰੁਪਈਆ ਤਕੜਾ ਹੋਵੇ। ਭਾਵੇਂ ਡਾਲਰ ਕਮਜ਼ੋਰ ਹੋਣ ਦੇ ਨਾਲ ਜਿਹੜੇ ਸਾਡੇ ਪਰਿਵਾਰਕ ਮੈਂਬਰ ਬਾਹਰ ਗਏ ਨੇ ਕਮਾ ਕੇ, ਸਾਡੇ ਲਈ ਵੀ ਮਾੜਾ ਮੋਟਾ ਦਾਲ ਫੁਲਕੇ ਦੇ ਪੈਸੇ ਭੇਜਦੇ ਨੇ, ਜਾਂ ਬੱਚੇ ਜਿਹੜੇ ਬਾਹਰ ਗਏ ਨੇ ਉਹ ਮਿਹਨਤ ਕਰਕੇ ਕਮਾਉਂਦੇ ਨੇ, ਮਾਂ-ਬਾਪ ਨੇ ਕਰਜ਼ੇ ਲਏ ਹੁੰਦੇ ਨੇ, ਉਹਨਾਂ ਦਾ ਕਰਜ਼ਾ ਮਾੜਾ ਮੋਟਾ ਚੁਕਾਉਂਦੇ ਨੇ, ਮਦਦ ਕਰਦੇ ਨੇ, ਉਹਨਾਂ ਦੇ 4 ਪੈਸੇ ਜ਼ਿਆਦਾ ਜ਼ਰੂਰ ਆ ਜਾਂਦੇ ਨੇ ਇੱਥੇ। ਪਰ ਮੂਲ ਰੂਪ ਦੇ ਵਿੱਚ ਸਾਰੇ ਭਾਰਤੀ, ਦੁਨੀਆ 'ਚ ਬੈਠੇ ਭਾਰਤੀ ਵੀ ਚਾਹੁੰਦੇ ਨੇ ਕਿ ਰੁਪਈਆ ਮਜ਼ਬੂਤ ਹੋਵੇ ਔਰ ਉਹਦੇ ਨਾਲ ਭਾਰਤ ਦੀ ਅਰਥ ਵਿਵਸਥਾ ਜ਼ਿਆਦਾ ਤਕੜੀ ਹੋਏਗੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਡੱਲਾ ਜੀ, ਹਰ ਕੋਈ ਇਹੀ ਚਾਹੁੰਦਾ ਹੈ, ਪਰ ਦੇਖਦੇ ਹਾਂ ਕਦੋਂ ਰੁਪਈਆ ਜੋ ਹੈ ਤਗੜਾ ਹੁੰਦਾ ਹੈ, ਡਾਲਰ ਦੇ ਨੇੜੇ ਤੇੜੇ ਵੀ ਪਹੁੰਚ ਜਾਏ ਤਾਂ ਬਹੁਤ ਵੱਡੀ ਗੱਲ ਹੋ ਜਾਏਗੀ। ਸੋ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡੱਲਾ ਜੀ ਕਿ ਤੁਸੀਂ ਇਹਨਾਂ ਸਾਰੀ ਖਬਰਾਂ ਦੇ ਉੱਪਰ ਵਿਸਥਾਰ ਦੇ ਵਿੱਚ ਚਰਚਾ ਕੀਤੀ ਹੈ। ਆਪਣੇ ਦਰਸ਼ਕਾਂ ਦਾ ਵੀ ਹਮੇਸ਼ਾ ਅਸੀਂ ਧੰਨਵਾਦ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਨੇ, ਆਪਣੇ ਸੁਝਾਅ ਕਮੈਂਟ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ। ਬਹੁਤ ਬਹੁਤ ਧੰਨਵਾਦ ਡੱਲਾ ਜੀ, ਤੇ ਇਸ ਨਾਲ ਹੀ ਮੈਂ ਵੀ ਦਰਸ਼ਕਾਂ ਤੋਂ ਇਜਾਜ਼ਤ ਲੈਣੀ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।